ਸੈਕਿੰਡ ਵੇਵ ਜਿਹੜੀ ਹੈਗੀ ਉਹ ਪੀਕ ਹੋ ਚੁੱਕੀ ਹੈ ਔਰ ਉਹਦੇ ਬਾਅਦ ਹੁਣ ਸਾਡਾ ਜਿਹੜਾ ਡਿਕਲਾਈਨ ਸ਼ੁਰੂ ਹੋ ਗਿਆ। ਆਲ ਓਵਰ ਇੰਡੀਆ ਹੀ ਡਿਕਲਾਈਨ ਹੈ ਔਰ ਪੰਜਾਬ 'ਚ ਖਾਸ ਤੌਰ ਤੇ ਜਿਹੜੇ ਡੈਥਸ ਹੈ ਉਹ ਵੀ ਘੱਟ ਹੋ ਰਹੀਆਂ ਔਰ ਜਿਹੜੇ ਨਵੇਂ ਕੇਸਿਸ ਹੈ ਉਹ ਵੀ ਘੱਟ ਰਿਪੋਰਟ ਹੋ ਰਿਹਾ ਔਰ ਪੋਜ਼ਿਟਿਵਿਟੀ ਰੇਟ ਵੀ ਹੈ ਜਿਹੜਾ ਉਹ ਵੀ ਕਾਫੀ ਘੱਟ ਗਿਆ ਹੈਗਾ ਔਰ ਇਹ ਇੱਕ ਅੱਛਾ ਸਾਈਨ ਹੈ ਕਿਉਂਕਿ ਸੈਕਿੰਡ ਵੇਵ ਜਿਹੜੀ ਹੈ ਉਹ ਕਾਫੀ ਸਟਰੋਂਗ ਰਹੀ ਹੈ। ਇਸ ਵਾਰੀ ਵੈਕਸੀਨ ਵੀ ਆ ਚੁੱਕੀ ਸੀ ਲੇਕਿਨ ਫਿਰ ਵੀ ਮਾਮਲੇ ਇੰਨੇ ਵੱਧ ਗਏ। ਮੌਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਇਸ ਵਾਰੀ ਵੇਖਿਆ ਗਿਆ। ਕੀ ਕਾਰਨ ਰਹੇ ਨੇ? ਕਾਫੀ ਜ਼ਿਆਦਾ ਪੇਸ਼ੈਂਟਸ ਜਿਹੜੇ ਆ ਉਹ ਆਕਸੀਜਨ ਉੱਤੇ ਸਾਡੇ ਬੜੀ ਜਲਦੀ ਚਲੇ ਜਾਂਦੇ ਸੀਗੇ, ਇਸ ਲਈ ਸਾਰੇ ਆਲ ਓਵਰ ਇੰਡੀਆ ਆਕਸੀਜਨ ਵੀ ਬਹੁਤ ਜ਼ਿਆਦਾ ਜ਼ਰੂਰਤ ਪਈ ਔਰ ਕਾਫੀ ਜ਼ਿਆਦਾ ਸਾਨੂੰ ਕਿੱਲਤ ਵੀ ਹੋਈ ਹਰ ਜਗ੍ਹਾ ਉੱਤੇ। ਕਈ ਜਗ੍ਹਾ ਉੱਤੇ ਕਾਫੀ ਜ਼ਿਆਦਾ ਅਨਫੋਰਚੂਨੇਟ ਇੰਸੀਡੈਂਟਸ ਵੀ ਹੋਏ। ਕਰੋਨਾ ਮਰੀਜ਼ ਹਨ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਪਈ ਸੀ। ਕੀ ਇਫੈਕਟ ਕੀ ਕਰਦਾ ਹੈ ਇਹ ਜਿਹੜਾ ਵਾਇਰਸ ਹੈ ਬੋਡੀ ਦੇ ਵਿੱਚ, ਕੀ ਇਫੈਕਟ ਕਰਦਾ ਕਿ ਬੰਦੇ ਨੂੰ ਇਹ ਤਕਲੀਫਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ? ਸਭ ਤੋਂ ਪਹਿਲਾਂ ਇਹ ਲੰਗਸ ਨੂੰ, ਕਿਉਂਕਿ ਇਹ ਰੈਸਪੀਰੇਟਰੀ ਵਾਇਰਸ ਹੈ ਔਰ ਲੰਗਸ ਨੂੰ ਮੈਕਸਿਮਮ ਇਹ ਇਨਵੋਲਵ ਕਰਦਾ। ਉਹਦੇ ਬਾਅਦ ਫਿਰ ਜਿਹੜੇ ਆਰਗਨਸ ਹੈਗੇ, ਬਾਕੀ ਆਰਗਨਸ ਵੀ ਹੈ ਜਿਹੜੇ ਉਹਨਾਂ 'ਚ ਵੀ ਇਨਫਲੇਮੇਸ਼ਨ ਹੋ ਜਾਂਦੀ ਹੈ ਔਰ ਜਿਹੜਾ ਹੈਗਾ ਕਿ ਬਾਕੀ ਆਰਗਨ ਫੇਲੀਅਰ ਹੋ ਜਾਂਦਾ ਹੈਗਾ। ਕਈ ਵਾਰੀ ਤਾਂ ਅਸੀਂ 70, 80, 85% ਤੱਕ ਵੀ ਲੰਗਸ ਜਿਹੜੇ ਇਨਵੋਲਵ ਹੋ ਜਾਂਦੇ, ਜਿਹਦੇ ਕਰਕੇ ਸਵੈਲਿੰਗ ਲੰਗਸ ਦੇ ਵਿੱਚ ਹੋ ਜਾਂਦੀ ਹੈ ਔਰ ਪੇਸ਼ੈਂਟਸ ਦੀ ਜਿਹੜੀ ਲੰਗਸ ਦਾ ਜਿਹੜਾ ਕੰਮ ਹੈ ਬੇਸਿਕਲੀ ਕਿ ਆਕਸੀਜਨ ਨੂੰ ਉਹਨੇ ਚੇਂਜ ਕਰਨਾ ਹੈ ਕਾਰਬਨ ਡਾਈਆਕਸਾਈਡ ਨਾਲ, ਅਤੇ ਉਹ ਜਿਹੜੀ ਹੈਗੀ ਆ ਉਹ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਪੇਸ਼ੈਂਟ ਨੂੰ ਜਿਹੜੀ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ ਜਿਹਦੇ ਕਰਕੇ ਸਾਡੇ ਪੇਸ਼ੈਂਟਸ ਜਿਹੜੇ ਉਹ ਸੀਰੀਅਸ ਹੋ ਜਾਂਦੇ ਨੇ। ਬਲੈਕ ਫੰਗਸ, ਯੈਲੋ ਫੰਗਸ, ਅਜਿਹੇ ਫੰਗਸ ਦਾ ਜਿਹੜਾ ਸਾਹਮਣੇ ਆ ਰਿਹਾ, ਕਾਫੀ ਡਰ ਦਾ ਮਾਹੌਲ ਫਿਰ ਬਣਿਆ ਹੋਇਆ ਕਿਉਂਕਿ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਹੜੇ ਕਰੋਨਾ ਵਾਇਰਸ ਪੇਸ਼ੈਂਟ ਹੈ ਜਿਹੜੇ ਸੰਕਰਮਿਤ ਹੋ ਚੁੱਕੇ ਨੇ ਉਹਨਾਂ ਨੂੰ ਇਫੈਕਟ ਕਰ ਰਿਹਾ ਹੈ। ਦਿਸ ਇਜ਼ ਐਨ ਓਲਡ ਫੰਗਸ ਜਿਹੜਾ ਪਹਿਲਾਂ ਵੀ ਹੁੰਦਾ ਸੀਗਾ ਔਰ ਨੋਰਮਲੀ ਇਹ ਜਿੰਨੇ ਵੀ ਫੰਗਸ ਮੋਸਟਲੀ ਹੁੰਦੇ ਆ ਉਹ ਜ਼ਿਆਦਾ ਡੈਬਿਲੀਟੇਟਿਡ ਪੇਸ਼ੈਂਟਸ ਨੂੰ ਇਨਵੋਲਵ ਕਰਦੇ ਆ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੋਵੇ, ਜਿਵੇਂ ਬਹੁਤ ਜ਼ਿਆਦਾ ਕੈਂਸਰ ਪੇਸ਼ੈਂਟਸ ਹੈ, ਅਨਕੰਟਰੋਲ ਡਾਇਬਟੀਜ਼ ਹੈ ਜਾਂ ਜਿਵੇਂ HIV ਵਗੈਰਾ ਦੇ ਪੇਸ਼ੈਂਟਸ ਹੈ। ਇਹਨਾਂ ਵਿੱਚ ਜਿਹੜੇ ਅਪੋਰਚੁਨਿਸਟ ਇਹ ਪ੍ਰੈਜ਼ੈਂਟ ਹੁੰਦੇ ਆ, ਪਹਿਲਾਂ ਵੀ ਸੀਗੇ ਹੁਣ ਵੀ ਹੈ। ਰਿਊਮਰ ਕਾਫੀ ਜ਼ਿਆਦਾ ਵੈਕਸੀਨ ਨੂੰ ਲੈ ਕੇ ਲੋਕ ਲਗਵਾ ਵੀ ਰਹੇ ਨੇ ਲੇਕਿਨ ਗ੍ਰਾਮੀਣ ਇਲਾਕੇ ਜਿਹੜੇ ਪੇਂਡੂ ਇਲਾਕੇ ਹਨ ਉਹਦੇ ਵਿੱਚ ਲੋਕ ਅੱਜ ਵੀ ਮਨਾ ਕਰ ਰਹੇ ਵੈਕਸੀਨ ਲਗਵਾਉਣ ਨੂੰ। ਅਗਰ ਵੈਕਸੀਨੇਸ਼ਨ ਕਰਵਾਈ ਹੋਏ ਤਾਂ ਬਹੁਤ ਘੱਟ ਚਾਂਸ ਹੁੰਦਾ ਹੈ ਕਿ ਕੋਈ ਸੀਰੀਅਸ ਹੌਸਪੀਟਲਾਈਜੇਸ਼ਨ ਕੀਤੀ ਜਾਵੇ। ਬਹੁਤੇ ਪੇਸ਼ੈਂਟਸ ਦੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਅਗਰ ਕਿਸੇ ਨੂੰ ਹੋਏਗਾ ਵੀ, ਪਹਿਲੀ ਗੱਲ ਤਾਂ ਹੋਏਗਾ ਨਹੀਂ, ਜੇ ਹੋਏਗਾ ਤਾਂ ਉਹ ਲਾਈਟ ਜਿਹਾ ਹੋਏਗਾ, ਏਸਿਮਟੋਮੈਟਿਕ ਹੋਏਗਾ ਜਾਂ ਮਾਈਲਡ ਸਿੰਪਟਮਸ ਹੋਣਗੇ ਔਰ ਪੇਸ਼ੈਂਟ ਜਿਹੜਾ ਠੀਕ ਹੋ ਜਾਏਗਾ। ਔਰ ਵੈਕਸੀਨੇਸ਼ਨ ਜਿਹੜੀ ਹੈ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਔਰ ਮੇਰੀ ਰਿਕੁਐਸਟ ਹੈ ਹਰ ਇੱਕ ਬੰਦੇ ਨੂੰ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਕਈ ਲੋਕ ਡਾਇਬਟੀਜ਼ ਦੇ ਪੇਸ਼ੈਂਟ ਹੈਗੇ ਆ, ਕਈ ਹਾਰਟ ਦੇ ਮਰੀਜ਼ ਹਨ, ਉਹ ਲੋਕ ਵੈਕਸੀਨ ਲਗਵਾ ਸਕਦੇ ਨੇ? ਡਾਇਬਟੀਜ਼ ਹੈ ਜਾਂ ਹਾਰਟ ਦੇ ਪੇਸ਼ੈਂਟ ਹੈ ਜਾਂ ਕੋਈ ਕੈਂਸਰ ਪੇਸ਼ੈਂਟ ਹੈ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਅਸੀਂ ਵੈਕਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕਾਫੀ ਲੋਕਾਂ ਨੇ ਕਰਵਾਈ ਵੀ ਹੈਗੀ ਹੈ। ਮੇਰੀ ਰਿਕੁਐਸਟ ਹੈ ਕਿ ਜਿਨ੍ਹਾਂ ਨੂੰ ਇਹ ਕੋਮੋਰਬਿਡਿਟੀਜ਼ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਉਹ ਪਲੀਜ਼ ਆ ਕੇ ਆਪਣੀ ਵੈਕਸੀਨੇਸ਼ਨ ਸਭ ਤੋਂ ਪਹਿਲਾਂ ਕਰਵਾਉਣ, ਉਹ ਬਹੁਤ ਅਰਜੈਂਟ ਹੈਗਾ। ਸਿਵਲ ਹਸਪਤਾਲ ਪਠਾਨਕੋਟ ਤੋਂ ਸੀਨੀਅਰ ਮੈਡੀਕਲ ਅਫਸਰ ਦੀ ਪੋਸਟ 'ਤੇ ਰਹਿ ਚੁੱਕੇ ਡਾਕਟਰ ਭੁਪਿੰਦਰ ਇਸ ਵਕਤ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਰੋਨਾ ਦੇ ਮਾਮਲੇ ਡਾਕਟਰ ਸਾਹਿਬ ਇਸ ਵੇਲੇ ਹੁਣ ਘਟਨੇ ਸ਼ੁਰੂ ਹੋ ਗਏ ਨੇ, ਕਿ ਜਿਹੜੇ ਮਾਮਲੇ ਘਟਨੇ ਸ਼ੁਰੂ ਹੋ ਗਏ, ਕੀ ਲੱਗਦਾ ਕਿ ਹੁਣ ਰਾਹਤ ਆਏਗੀ? ਕਿਉਂਕਿ ਤੁਹਾਡਾ ਪਿਛਲਾ ਜਿਹੜਾ ਕਰੋਨਾ ਦੀ ਪਹਿਲੀ ਵੇਵ ਹੈ ਉਹਦੇ 'ਚ ਲੰਬਾ ਐਕਸਪੀਰੀਅੰਸ ਰਿਹਾ। ਹੁਣ ਜਿਹੜੇ ਮਾਮਲੇ ਘਟ ਰਹੇ ਨੇ, ਕੱਲ੍ਹ ਦੀ ਗੱਲ ਕਰੀਏ ਡੈਥ ਵੀ ਕੋਈ ਨਹੀਂ ਹੋਈ, ਹੁਣ ਲੱਗਦਾ ਕਿ ਮਾਮਲੇ ਘਟਣ ਵੱਲ ਜਾ ਰਹੇ ਨੇ? ਡੈਫੀਨੇਟਲੀ ਜਿਸ ਤਰ੍ਹਾਂ ਕਿ ਸੈਕਿੰਡ ਵੇਵ ਜਿਹੜੀ ਹੈਗੀ ਉਹ ਪੀਕ ਹੋ ਚੁੱਕੀ ਹੈ ਔਰ ਉਹਦੇ ਬਾਅਦ ਹੁਣ ਸਾਡਾ ਜਿਹੜਾ ਡਿਕਲਾਈਨ ਸ਼ੁਰੂ ਹੋ ਗਿਆ। ਆਲ ਓਵਰ ਇੰਡੀਆ ਹੀ ਡਿਕਲਾਈਨ ਹੈ ਔਰ ਪੰਜਾਬ 'ਚ ਖਾਸ ਤੌਰ ਤੇ ਜਿਹੜੇ ਡੈਥਸ ਹੈ ਉਹ ਵੀ ਘੱਟ ਹੋ ਰਹੀਆਂ ਔਰ ਜਿਹੜੇ ਨਵੇਂ ਕੇਸਿਸ ਹੈ ਉਹ ਵੀ ਘੱਟ ਰਿਪੋਰਟ ਹੋ ਰਿਹਾ ਔਰ ਪੋਜ਼ਿਟਿਵਿਟੀ ਰੇਟ ਵੀ ਹੈ ਜਿਹੜਾ ਉਹ ਵੀ ਕਾਫੀ ਘੱਟ ਗਿਆ ਹੈਗਾ ਔਰ ਇਹ ਇੱਕ ਅੱਛਾ ਸਾਈਨ ਹੈ ਕਿਉਂਕਿ ਸੈਕਿੰਡ ਵੇਵ ਜਿਹੜੀ ਹੈ ਉਹ ਕਾਫੀ ਸਟਰੋਂਗ ਰਹੀ ਹੈ। ਡਾਕਟਰ ਸਾਹਿਬ ਪਿਛਲਾ ਐਕਸਪੀਰੀਅੰਸ ਰਿਹਾ ਤੁਹਾਡੀ ਫਸਟ ਵੇਵ, ਤੁਸੀਂ ਵੇਖਿਆ ਸਾਰੇ ਮਾਮਲੇ ਦੇਖੇ ਆ। ਪਠਾਨਕੋਟ ਦੇ ਵਿੱਚ ਜਦੋਂ ਮਾਮਲੇ ਆ ਗਏ ਸੀ ਤੇ ਕਾਫੀ ਲੋਕ ਜਿਹੜੇ ਡਰ ਦਾ ਮਾਹੌਲ ਸੀ ਉਸ ਵੇਲੇ, ਪਰ ਇਸ ਵਾਰ ਦੇ ਜੇਕਰ ਗੱਲ ਕਰੀਏ ਇਸ ਵਾਰੀ ਵੈਕਸੀਨ ਵੀ ਆ ਚੁੱਕੀ ਸੀ ਲੇਕਿਨ ਫਿਰ ਵੀ ਮਾਮਲੇ ਇੰਨੇ ਵੱਧ ਗਏ। ਮੌਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਇਸ ਵਾਰੀ ਵੇਖਿਆ ਗਿਆ। ਕੀ ਕਾਰਨ ਰਹੇ ਨੇ? ਕਿਉਂਕਿ ਪਿਛਲੀ ਵਾਰ ਜਦੋਂ ਸਾਡੇ ਇਹ ਫਸਟ ਵੇਵ ਜਦੋਂ ਹੋਈ ਸੀਗੀ ਅਤੇ ਕਿਉਂਕਿ ਉਦੋਂ ਜ਼ਿਆਦਾ ਇਸ ਬਿਮਾਰੀ ਦੇ ਬਾਰੇ ਨੌਲੇਜ ਨਹੀਂ ਸੀਗਾ ਪੂਰੀ ਤਰ੍ਹਾਂ ਨਾਲ, ਇਸ ਲਈ ਥੋੜ੍ਹਾ ਜਿਹਾ ਖੈਰ ਲੋਕ ਵੀ ਡਰੇ ਸੀਗੇ ਬਹੁਤ ਜ਼ਿਆਦਾ, ਹੈਲਥ ਵਰਕਰਸ ਵੀ ਬਹੁਤ ਜ਼ਿਆਦਾ ਡਰਦੇ ਸੀਗੇ
लेकिन इस बार साडे मैं बहुत खुशी नाल ये गल कहना कि साडे हैल्थ वर्कर्स ने और सब ने बहुत ज़्यादा और लोगों ने भी बहुत ज़्यादा साहस के नाल जिहड़ा इस सैकेंड वेव नूं उन्होंने कीता है। अनफॉर्चुनेटली जिहड़ी सैकेंड वेव इस बार हुई है उहदे विच जिहड़ा वायरस सीगा जिहड़ी म्यूटेंट्स जिहड़े वायरस दे सीगे वो काफ़ी ज़्यादा स्ट्रॉन्ग सीगे, बहुत ज़्यादा कंटेजियस सीगे और बहुत जल्दी फैलन वाले सीगे। यंगर पॉपूलेशन नूं डेफिनेटली उन्होंने ज़्यादा इन्वॉल्व किया है और जिहड़े साइड इफेक्ट्स और जिहड़ियां प्रॉब्लम्स हुई वो भी ज़्यादा हुई, जिवें फीवर जिहड़ा वो बहुत देर तक रहा है और ऑक्सीजन की ज़रूरत बहुत छेती पैनी शुरू हो गई। जिवें कि पहलां असीं सोचते सीगे कि 10 to 14 डेज़ तो बाद जिहड़ा पेशेंट नूं ज़्यादा हॉस्पिटलाइजेशन की लोड़ पैंदी सीगी फस्ट वेव दे विच, पर सैकेंड दे विच मच अर्लीयर ज़रूरत पैनी शुरू हो गई और काफ़ी ज़्यादा पेशेंट्स जिहड़े परसेंटेज अगर देखी जाए तो काफ़ी ज़्यादा पेशेंट्स जिहड़े वो ऑक्सीजन उत्ते साडे बड़ी जल्दी चले जाते सीगे। इसलिए सारे ऑल ओवर इंडिया ऑक्सीजन भी बहुत ज़्यादा ज़रूरत पई और काफ़ी ज़्यादा सानू किल्लत भी हुई हर जगह उत्ते, कई जगह उत्ते काफ़ी ज़्यादा अनफॉर्चुनेट इंसीडेंट्स भी होए, लेकिन अल्टीमेटली चलो काफ़ी हद तक असीं इहनूं फेस करके हुण असीं सैकेंड वेव तो बाहर आ चुके हैं और आने वाले हैं मेरा मतलब, और मेरा ख्याल है कि बड़ी छेती जिहड़ा असीं सानू इहदे तो थोड़ी राहत मिल जाएगी, काफ़ी राहत मिल जाएगी। ਡਾਕਟਰ ਸਾਹਿਬ ਕਰੋਨਾ ਦੇ ਨਾਲ ਜਿਹੜਾ ਸਾਹ ਲੈਣ ਦੀ ਸਭ ਤੋਂ ਵੱਡੀ ਦਿੱਕਤ ਆਉਂਦੀ ਸੀ ਕਿ ਜਿਹੜੇ ਕਰੋਨਾ ਮਰੀਜ਼ ਹਨ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਪਈ ਸੀ। ਕੀ ਇਫੈਕਟ ਕੀ ਕਰਦਾ ਹੈ ਇਹ ਜਿਹੜਾ ਵਾਇਰਸ ਹੈ ਬੋਡੀ ਦੇ ਵਿੱਚ, ਕੀ ਇਫੈਕਟ ਕਰਦਾ ਕਿ ਬੰਦੇ ਨੂੰ ਇਹ ਤਕਲੀਫਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ? ਜਿਹੜਾ ਇਹ ਵਾਇਰਸ ਹੈਗਾ ਨਾ ਇਹ ਜਦੋਂ ਸਭ ਤੋਂ ਪਹਿਲਾਂ ਇਹ ਲੰਗਸ ਨੂੰ, ਕਿਉਂਕਿ ਇਹ ਰੈਸਪੀਰੇਟਰੀ ਵਾਇਰਸ ਹੈ ਔਰ ਲੰਗਸ ਨੂੰ ਮੈਕਸਿਮਮ ਇਹ ਇਨਵੋਲਵ ਕਰਦਾ ਹੈ, ਉਹਦੇ ਬਾਅਦ ਫਿਰ ਜਿਹੜੇ ਔਰਗਨਸ ਹੈਗੇ ਆ ਬਾਕੀ ਔਰਗਨਸ ਵੀ ਹੈ ਜਿਹੜੇ ਉਹਨਾਂ 'ਚ ਵੀ ਇਨਫਲੇਮੇਸ਼ਨ ਹੋ ਜਾਂਦੀ ਹੈ ਔਰ ਜਿਹੜਾ ਹੈਗਾ ਕਿ ਬਾਕੀ ਔਰਗਨ ਫੇਲੀਅਰ ਹੋ ਜਾਂਦਾ ਹੈਗਾ। ਲੇਕਿਨ ਸਭ ਤੋਂ ਪਹਿਲਾਂ ਜਿਹੜਾ ਇਮਿਊਨ ਰਿਸਪੌਂਸ ਹੁੰਦਾ ਨਾ ਇਸ ਇਸ ਵਾਇਰਸ ਦਾ, ਜਿਹੜਾ ਇਮਿਊਨਿਟੀ ਜਦੋਂ ਕਰਦੀ ਹੈ, ਜਦੋਂ ਹਾਈਪਰ ਇਮਿਊਨ ਹੁੰਦਾ ਤੇ ਨਮੋਨੀਆ ਕਾफ़ी ज़्यादा हो जाता और नमोनीਆ कई बार तो असी 70, 80, 85% तक भी लंग्स ਜਿਹੜੇ ਇਨਵੋਲਵ ਹੋ ਜਾਂਦੇ, ਜਿਹਦੇ ਕਰਕੇ ਸਵੈਲਿੰਗ ਲੰਗਸ ਦੇ ਵਿੱਚ ਹੋ ਜਾਂਦੀ ਹੈ ਔਰ ਪੇਸ਼ੈਂਟਸ ਦੀ ਜਿਹੜੀ ਲੰਗਸ ਦਾ ਜਿਹੜਾ ਕੰਮ ਹੈ ਬੇਸਿਕਲੀ ਕਿ ਆਕਸੀਜਨ ਨੂੰ ਉਹਨੇ ਚੇਂਜ ਕਰਨਾ ਹੈ ਕਾਰਬਨ ਡਾਈਆਕਸਾਈਡ ਨਾਲ, ਤੇ ਉਹ ਜਿਹੜੀ ਹੈਗੀ ਆ ਉਹ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਪੇਸ਼ੈਂਟ ਨੂੰ ਜਿਹੜੀ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ, ਜਿਹਦੇ ਕਰਕੇ ਸਾਡੇ ਪੇਸ਼ੈਂਟਸ ਜਿਹੜੇ ਉਹ ਸੀਰੀਅਸ ਹੋ ਜਾਂਦੇ ਆ। ਇੱਕ ਨਵਾਂ ਵਾਇਰਸ ਕਹਿ ਰਹੇ ਆ ਬਲੈਕ ਫੰਗਸ, ਯੈਲੋ ਫੰਗਸ, ਅਜਿਹੇ ਫੰਗਸ ਦਾ ਜਿਹੜਾ ਸਾਹਮਣੇ ਆ ਰਿਹਾ, ਕਾਫੀ ਡਰ ਦਾ ਮਾਹੌਲ ਫਿਰ ਬਣਿਆ ਹੋਇਆ ਕਿਉਂਕਿ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਹੜੇ ਕਰੋਨਾ ਵਾਇਰਸ ਪੇਸ਼ੈਂਟ ਹੈ ਜਿਹੜੇ ਸੰਕਰਮਿਤ ਹੋ ਚੁੱਕੇ ਨੇ ਉਹਨਾਂ ਨੂੰ ਇਫੈਕਟ ਕਰ ਰਿਹਾ ਇਹ ਜਿਹੜਾ ਫੰਗਸ ਹੈ। ਕੀ ਕਹਿਣਾ ਚਾਹੁੰਦੇ ਹੋ ਕਿ ਫੰਗਸ ਕਿੰਨਾ ਕੁ ਖਤਰਨਾਕ ਹੈ ਤੇ ਕੀ ਕਰਨਾ ਚਾਹੀਦਾ ਸਾਨੂੰ ਇਸ ਤੋਂ ਬਚਣ ਲਈ? ਦੇਖੋ ਜਿਹੜਾ ਸਭ ਤੋਂ ਪਹਿਲਾਂ ਕਿ ਜਿਹੜੀ ਇਹ ਫੰਗਸ ਹੈ ਇਹ ਕੋਈ ਨਵਾਂ ਫੰਗਸ ਨਹੀਂ ਹੈ ਜਿਹਨੂੰ ਮਿਊਕੋਰਮਾਈਕੋਸਿਸ ਕਹਿੰਦੇ ਹੈਗੇ ਆ। ਦਿਸ ਇਜ਼ ਐਨ ਓਲਡ ਫੰਗਸ ਜਿਹੜਾ ਪਹਿਲਾਂ ਵੀ ਹੁੰਦਾ ਸੀਗਾ ਔਰ ਨੋਰਮਲੀ ਇਹ ਜਿੰਨੇ ਵੀ ਫੰਗਸ ਮੋਸਟਲੀ ਹੁੰਦੇ ਆ ਉਹ ਜ਼ਿਆਦਾ ਡੈਬਿਲੀਟੇਟਿਡ ਪੇਸ਼ੈਂਟਸ ਨੂੰ ਇਨਵੋਲਵ ਕਰਦੇ ਆ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੋਵੇ, ਜਿਵੇਂ ਬਹੁਤ ਜ਼ਿਆਦਾ ਕੈਂਸਰ ਪੇਸ਼ੈਂਟਸ ਹੈ, ਅਨਕੰਟਰੋਲ ਡਾਇਬਟੀਜ਼ ਹੈ ਜਾਂ ਜਿਵੇਂ HIV ਵਗੈਰਾ ਦੇ ਪੇਸ਼ੈਂਟਸ ਹੈ, ਇਹਨਾਂ ਵਿੱਚ ਜਿਹੜੇ ਅਪੋਰਚੁਨਿਸਟ ਇਹ ਪ੍ਰੈਜ਼ੈਂਟ ਹੁੰਦੇ ਆ, ਪਹਿਲਾਂ ਵੀ ਸੀਗੇ ਹੁਣ ਵੀ ਹੈ, ਕਈ ਵਾਰੀ ਤਾਂ ਨੱਕ 'ਚ ਵੀ ਪ੍ਰੈਜ਼ੈਂਟ ਹੁੰਦੇ ਆ। ਲੇਕਿਨ ਜਦੋਂ ਇਹ ਇਨਵੋਲਵ ਕਰਦੇ ਆ ਔਰ ਫਿਰ ਇਹ ਇੱਕਦਮ ਹੀ ਜਦੋਂ ਬਾਡੀ ਦੇ ਵਿੱਚ ਜਦੋਂ ਇਹ ਵੈਸਲਸ ਜਿਹੜੀਆਂ ਸਾਡੀਆਂ ਆਰਟਰੀਜ਼ ਹੁੰਦੀਆਂ ਉਹਨਾਂ ਨੂੰ ਇਨਵੋਲਵ ਕਰ ਲੈਂਦੇ, ਜਿਹਦੇ ਨਾਲ ਬਲੱਡ ਸਪਲਾਈ ਖਤਮ ਹੋ ਜਾਂਦੀ ਹੈ। ਇਸੇ ਕਰਕੇ ਕਿਉਂਕਿ ਜਿਹੜਾ ਟਿਸ਼ੂ ਆ ਉਹ ਬਲੈਕ ਹੋ ਜਾਂਦਾ, ਇਸ ਲਈ ਅਸੀਂ ਮਿਸਨੋਮਰ ਹੈ, ਇਸ ਲਈ ਅਸੀਂ ਇਹਨੂੰ ਬਲੈਕ ਫੰਗਸ ਕਹਿੰਦੇ ਹਾਂ ਕਿਉਂਕਿ ਜਿਹੜੀਆਂ ਇਹਦੇ ਦੀ ਮੈਡੀਸਿਨਸ ਹੈ ਉਹ ਹਾਲੇ ਪੂਰੀ ਤਰ੍ਹਾਂ ਜਿਹਨੂੰ ਕਿ ਫਰੀਲੀ ਅਵੇਲੇਬਲ ਨਹੀਂ ਹੈਗੀਆਂ ਮਾਰਕੀਟ ਦੇ ਵਿੱਚ। ਔਰ ਜਦੋਂ ਇਹ ਇਨਵੋਲਵ ਹੋ ਜਾਂਦਾ, ਜਦੋਂ ਟਿਸ਼ੂ ਡੈਮੇਜ ਹੋ ਜਾਂਦਾ ਤਾਂ ਕਈ ਵਾਰੀ ਅੱਖਾਂ ਵਗੈਰਾ ਨੂੰ ਜ਼ਿਆਦਾ ਇਨਵੋਲਵ ਕਰਦਾ, ਨੋਜ਼ ਅੱਖਾਂ ਨੂੰ ਕਰਦਾ ਔਰ ਕਈ ਵਾਰੀ ਸਾਨੂੰ ਉਹ ਸਰਜਰੀ ਕਰਕੇ ਅੱਖ ਕੱਢਣੀ ਵੀ ਪੈ ਸਕਦੀ ਹੈ। ਔਰ ਇਸ ਵਾਰ ਕੇਸਿਸ ਜਿਹੜੇ ਹੈਗੇ ਆ ਉਹ ਡੈਫੀਨੇਟਲੀ ਜ਼ਿਆਦਾ ਰਿਪੋਰਟ ਹੋਏ ਆ ਕਿਉਂਕਿ ਕੋਵਿਡ ਕਰਕੇ ਜਿਹੜੀ ਇਮਿਊਨਿਟੀ ਪੇਸ਼ੈਂਟ ਦੀ ਬਹੁਤ ਲੋ ਹੁੰਦੀ ਹੈ। ਐਕਸੈਸਿਵ ਸਟੀਰੋਇਡ ਯੂਜ਼ ਕਰਨ ਨਾਲ ਡਾਇਬਟੀਜ਼ ਜਿਹੜੀ ਅਨਕੰਟਰੋਲ ਹੋ ਜਾਂਦੀ ਹੈ। ਸੋ ਇਸ ਲਈ ਬਹੁਤ ਜ਼ਰੂਰਤ ਹੈ ਕਿ ਸਟੀਰੋਇਡਸ ਜਿਹੜੇ ਹੈਗੇ ਉਹਨਾਂ ਨੂੰ ਬੜੇ ਧਿਆਨ ਨਾਲ ਯੂਜ਼ ਕੀਤਾ ਜਾਵੇ ਔਰ ਜਿਹੜੇ ਡਾਇਬਟੀਜ਼ ਆ ਉਹਦਾ ਕੰਟਰੋਲ ਕਰਨਾ ਪੋਸਟ ਕੋਵਿਡ ਪੇਸ਼ੈਂਟਸ ਦੇ ਵਿੱਚ ਬਹੁਤ ਜ਼ਰੂਰੀ ਹੈ ਔਰ ਰੈਗੂਲਰ ਜਿਹੜਾ ਹੈ ਉਹ ਐਗਜ਼ਾਮੀਨੇਸ਼ਨ ਜ਼ਰੂਰ ਕਰਵਾਉਣਾ ਚਾਹੀਦਾ। ਵੈਕਸੀਨ ਦਾ ਕੀ ਰੋਲ ਹੈ ਕਿਉਂਕਿ ਵੈਕਸੀਨ ਲੋਕ ਹਜੇ ਵੀ ਲੋਕਾਂ ਦੇ ਵਿੱਚ ਇਸ ਚੀਜ਼ ਦੀ ਹੈਗੀ ਕਿ ਵੈਕਸੀਨ ਅਸੀਂ ਨਹੀਂ ਲਵਾਉਣੀ ਕਿਉਂਕਿ ਰਿਊਮਰ ਕਾਫੀ ਜ਼ਿਆਦਾ ਵੈਕਸੀਨ ਨੂੰ ਲੈ ਕੇ ਲੋਕ ਲਗਵਾ ਵੀ ਰਹੇ ਨੇ, ਲੇਕਿਨ ਗ੍ਰਾਮੀਣ ਇਲਾਕੇ ਜਿਹੜੇ ਪੇਂਡੂ ਇਲਾਕੇ ਹਨ ਉਹਦੇ ਵਿੱਚ ਲੋਕ ਅੱਜ ਵੀ ਮਨਾ ਕਰ ਰਹੇ ਵੈਕਸੀਨ ਲਗਵਾਉਣ ਨੂੰ। ਇਹ ਬਿਲਕੁਲ ਇੱਕ ਜਿਹੜੀ ਹੈਗੀ ਹੈ ਬਹੁਤ ਜ਼ਰੂਰੀ ਗੱਲ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹਾਂਗਾ
ਕਿ ਵੈਕਸੀਨ ਇਜ਼ ਦਾ ਕੀਜ਼ ਟੂ ਸਕਸੈਸ। ਅਗਰ ਅਸੀਂ ਇਸ ਪੈਂਡੈਮਿਕ ਨੂੰ ਬਾਹਰ ਪਾਰ ਪਾਉਣਾ ਹੈ, ਕਿਉਂਕਿ ਅਗਰ ਦੂਸਰੇ ਤਰੀਕੇ ਨਾਲ ਦੇਖਿਆ ਜਾਏ ਕਿ ਬਹੁਤ ਜ਼ਿਆਦਾ ਲੋਕ ਇਨਵੋਲਵ ਹੋ ਜਾਣ ਤਾਂ ਅਸੀਂ ਬਹੁਤ ਸਾਰੇ ਪੇਸ਼ੈਂਟਸ ਨੂੰ ਖੋ ਦੇਵਾਂਗੇ। ਇਸ ਲਈ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ, ਔਰ ਮੈਕਸਿਮਮ ਜਿਹੜੇ ਲੋਕਾਂ ਨੂੰ ਅਸੀਂ ਵੈਕਸੀਨੇਟ ਕਰਾਂਗੇ ਤਾਂ ਕਿ ਜਿਹੜਾ ਇਹਦਾ ਇੱਕ ਵਾਇਰਸ ਦਾ ਇੱਕ ਸਰਕਲ ਹੈ ਉਹ ਖ਼ਤਮ ਹੋਵੇ। ਔਰ ਵੈਕਸੀਨੇਸ਼ਨ ਜਿਹੜੀ ਹੈ, ਮੈਂ ਇਹ ਨਹੀਂ ਕਹਿੰਦਾ ਕਿ 100% ਸਕਸੈਸਫੁਲ ਹੈ, ਲੇਕਿਨ ਜਿਹੜੇ ਵੈਕਸੀਨੇਟਿਡ ਪੇਸ਼ੈਂਟਸ ਹੈ ਉਹਨਾਂ ਦੀ ਅਲੱਗ-ਅਲੱਗ ਵੈਕਸੀਨਸ ਦੀ ਅਲੱਗ-ਅਲੱਗ ਐਫੀਕੇਸੀ ਹੈਗੀ ਹੈ, ਲੇਕਿਨ ਤਕਰੀਬਨ ਸਾਰੀਆਂ ਹੀ ਠੀਕ ਹੈਗੀਆਂ। ਔਰ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈਗੀ ਹੈ ਕਿ ਅਗਰ ਵੈਕਸੀਨੇਸ਼ਨ ਕਰਵਾਈ ਹੋਏ ਤਾਂ ਬਹੁਤ ਘੱਟ ਚਾਂਸ ਹੁੰਦਾ ਹੈ ਕਿ ਕੋਈ ਸੀਰੀਅਸ ਹੌਸਪੀਟਲਾਈਜੇਸ਼ਨ ਕੀਤੀ ਜਾਵੇ। ਬਹੁਤੇ ਪੇਸ਼ੈਂਟਸ ਦੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਅਗਰ ਕਿਸੇ ਨੂੰ ਹੋਏਗਾ ਵੀ, ਪਹਿਲੀ ਗੱਲ ਤਾਂ ਹੋਏਗਾ ਨਹੀਂ, ਜੇ ਹੋਏਗਾ ਤਾਂ ਉਹ ਲਾਈਟ ਜਿਹਾ ਹੋਏਗਾ, ਏਸਿਮਟੋਮੈਟਿਕ ਹੋਏਗਾ ਜਾਂ ਮਾਈਲਡ ਸਿੰਪਟਮਸ ਹੋਣਗੇ ਔਰ ਪੇਸ਼ੈਂਟ ਜਿਹੜਾ ਠੀਕ ਹੋ ਜਾਏਗਾ। ਔਰ ਵੈਕਸੀਨੇਸ਼ਨ ਜਿਹੜੀ ਹੈ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਔਰ ਮੇਰੀ ਰਿਕੁਐਸਟ ਹੈ ਹਰ ਇੱਕ ਬੰਦੇ ਨੂੰ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਵੈਕਸੀਨ ਨੂੰ ਲੈ ਕੇ ਕੁਝ ਚੀਜ਼ਾਂ ਹੋਰ ਵੀ ਹੈ, ਕਿਉਂਕਿ ਕਈ ਲੋਕ ਡਾਇਬਟੀਜ਼ ਦੇ ਪੇਸ਼ੈਂਟ ਹੈਗੇ ਆ, ਕਈ ਹਾਰਟ ਦੇ ਮਰੀਜ਼ ਹਨ, ਉਹ ਲੋਕ ਵੈਕਸੀਨ ਲਗਵਾ ਸਕਦੇ ਨੇ? ਜਿਸ ਤਰ੍ਹਾਂ ਅਸੀਂ ਕਹਿੰਦੇ ਹੈਗੇ, ਜਦੋਂ ਅਸੀਂ ਸਟਾਰਟ ਕੀਤਾ ਸੀ ਅਸੀਂ ਪਹਿਲਾਂ ਹੀ ਕੋਮੋਰਬਿਡਿਟੀਜ਼ ਵਾਲਿਆਂ ਨਾਲ ਸਟਾਰਟ ਕੀਤਾ ਸੀਗਾ ਵੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ, ਜੇ ਸਪੋਜ਼ ਕਰ ਲਓ ਡਾਇਬਟੀਜ਼ ਹੈ ਜਾਂ ਹਾਰਟ ਦੇ ਪੇਸ਼ੈਂਟ ਹੈ ਜਾਂ ਕੋਈ ਕੈਂਸਰ ਪੇਸ਼ੈਂਟ ਹੈ, ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਅਸੀਂ ਵੈਕਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕਾਫੀ ਲੋਕਾਂ ਨੇ ਕਰਵਾਈ ਵੀ ਹੈਗੀ ਹੈ। ਮੇਰੀ ਰਿਕੁਐਸਟ ਹੈ ਕਿ ਜਿਨ੍ਹਾਂ ਨੂੰ ਇਹ ਕੋਮੋਰਬਿਡਿਟੀਜ਼ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ, ਉਹ ਪਲੀਜ਼ ਆ ਕੇ ਆਪਣੀ ਵੈਕਸੀਨੇਸ਼ਨ ਸਭ ਤੋਂ ਪਹਿਲਾਂ ਕਰਵਾਉਣ, ਉਹ ਬਹੁਤ ਅਰਜੈਂਟ ਹੈਗਾ ਹੈ। ਡਾਕਟਰ ਸਾਹਿਬ, ਜਿਹੜੇ ਪੋਜ਼ਿਟਿਵ ਹੋ ਜਾਂਦੇ ਨੇ ਉਸ ਤੋਂ ਬਾਅਦ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਠੀਕ ਹੋ ਕੇ, ਫਿਰ ਕਈ ਮਾਮਲੇ ਅਜਿਹੇ ਆਉਂਦੇ ਹਨ ਉਹ ਦੁਬਾਰਾ ਪੋਜ਼ਿਟਿਵ ਹੋ ਜਾਂਦੇ। ਕੀ ਕਾਰਨ ਹੈ ਕਿ ਕੋਈ ਵੈਕਸੀਨ ਲਗਵਾਏ ਲੋਕ ਫਿਰ ਪੋਜ਼ਿਟਿਵ ਹੋ ਜਾਂਦੇ ਨੇ, ਠੀਕ ਹੋ ਕੇ ਘਰ ਗਏ ਫਿਰ ਪੋਜ਼ਿਟਿਵ ਹੋ ਜਾਂਦੇ ਨੇ? ਉਹ ਲੋਕਾਂ ਦੇ ਵਿੱਚ ਵਿਸ਼ਵਾਸ ਉਸ ਚੀਜ਼ ਵੀ ਵੈਕਸੀਨ ਦਾ ਟੁੱਟਦਾ ਪਿਆ ਕਿ ਲੋਕੀ ਕਿਤੇ ਵੈਕਸੀਨ ਲਵਾ ਲਈਏ ਫਿਰ ਪੋਜ਼ਿਟਿਵ ਹੋ ਰਹੇ ਸੀ। ਨਹੀਂ, ਪਹਿਲਾਂ ਜਿਸ ਤਰ੍ਹਾਂ ਅਸੀਂ ਕਿ ਕਹਿ ਰਹੇ ਹਾਂ ਕਿ ਕਾਫੀ ਲੌਂਗ ਇਮਿਊਨਿਟੀ ਮਿਲ ਰਹੀ ਹੈ ਜਿਹੜੀ ਹਾਲੇ ਤੱਕ ਸਾਡੀਆਂ ਸਟੱਡੀਜ਼ ਚੱਲ ਰਹੀਆਂ, ਔਰ ਜਿਹੜੇ ਪਹਿਲਾਂ ਕੋਵਿਡ ਪੋਜ਼ਿਟਿਵ ਹੋ ਚੁੱਕੇ ਹੁੰਦੇ ਆ ਉਹਨਾਂ ਨੂੰ ਜਿਹੜੇ ਹੈਗੇ ਉਹ ਸੈਕਿੰਡ ਟਾਈਮ ਉਹਨਾਂ ਦੇ ਰੀਕਰੈਂਸ ਇਤਨੀ ਜ਼ਿਆਦਾ ਕਾਮਨ ਨਹੀਂ ਹੈ। ਵੈਕਸੀਨੇਸ਼ਨ ਜਿਸ ਤਰ੍ਹਾਂ ਅਸੀਂ ਕਿਹਾ ਕਿ ਵੈਕਸੀਨੇਸ਼ਨ ਕੋਈ ਵੀ ਜਿਹੜੀ ਹੁੰਦੀ ਹੈ ਨਾ 100% ਸਕਸੈਸਫੁਲ ਨਹੀਂ ਹੁੰਦੀ, ਲੇਕਿਨ ਉਹਦੇ ਵਿੱਚ ਜਿਹੜੇ ਕੇਸਿਸ ਵੀ ਹੋਣਗੇ ਉਹ ਮਾਈਨਰ ਪ੍ਰੋਬਲਮ ਸਿੰਪਟੋਮੈਟਿਕ ਪੇਸ਼ੈਂਟਸ ਹੋਣਗੇ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਉਹ ਵੈਕਸੀਨੇਸ਼ਨ ਜਾਂ ਪੋਸਟ ਕੋਵਿਡ ਇਹ ਦੋਨਾਂ ਦੇ ਵਿੱਚ ਜਿਹੜੇ ਹੈਗੇ ਆ ਮਾਈਲਡ ਸਿੰਪਟਮਸ ਹੁੰਦੇ ਆ। ਸੋ ਇਸ ਲਈ ਉਹਦੇ 'ਚ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਆਪਣੇ ਦਿਮਾਗ 'ਚੋਂ ਪਲੀਜ਼ ਇਹ ਗੱਲ ਕੱਢ ਦਿਓ। ਅਸੀਂ ਬਹੁਤ ਸਾਰੇ ਕੇਸਿਸ ਦੇਖੇ, ਮੇਰੇ ਕੋਲ ਬਹੁਤ ਸਾਰੀਆਂ ਇਹੋ ਜਿਹੀ ਐਗਜ਼ਾਮਪਲਸ ਹੈਗੀਆਂ ਮੇਰੇ ਪੇਸ਼ੈਂਟ ਦੀਆਂ ਸੈਕਿੰਡ ਵੇਵ ਦੇ ਵਿੱਚ ਜਿਨ੍ਹਾਂ ਨੇ ਆਪਣੀ ਵੈਕਸੀਨੇਸ਼ਨ ਕਰਵਾਈ ਦੀ ਸੀ, ਔਰ ਜਿਹੜੇ ਡਾਇਬੈਟਿਕ ਵੀ ਸੀਗੇ, ਹਾਰਟ ਪੇਸ਼ੈਂਟ ਵੀ ਸੀਗੇ, ਉਹਨਾਂ ਨੂੰ ਬੜੇ ਆਰਾਮ ਨਾਲ ਅਸੀਂ ਜਿਨ੍ਹਾਂ ਦੀ ਇੱਕ ਡੋਜ਼ ਲੱਗੀ ਦੀ ਸੀ, ਬੜੇ ਆਰਾਮ ਨਾਲ ਉਹਨਾਂ ਨੂੰ ਮਾਈਲਡ ਸਿੰਪਟਮਸ ਆਏ ਔਰ ਘਰ ਬਿਲਕੁਲ ਠੀਕ ਹੋ ਕੇ ਉਹਨਾਂ ਦੇ ਹੋਮ ਆਈਸੋਲੇਸ਼ਨ 'ਚ ਹੀ ਉਹ ਠੀਕ ਹੋ ਕੇ ਚਲੇ ਗਏ। ਸੋ ਇਸ ਲਈ ਅਗਰ ਹੋਣਗੇ ਵੀ ਤਾਂ ਜਿਹੜੇ ਬਹੁਤ ਮਾਈਲਡ ਸਿੰਪਟਮਸ ਹੋਣਗੇ, ਇਸ ਲਈ ਉਹਦੇ 'ਚ ਤੁਸੀਂ ਪਲੀਜ਼ ਫਿਕਰ ਨਾ ਕਰੋ। ਵੈਕਸੀਨੇਸ਼ਨ ਇਜ਼ ਅ ਮਸਟ ਐਂਡ ਮਸਟ। ਇੱਕ ਹੋਰ ਚਿੰਤਾ ਦੀ ਗੱਲ ਹੈ ਕਿ ਜਿਹੜੇ ਬੱਚਿਆਂ ਦੇ ਮਾਪਿਓ, ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬਜ਼ੁਰਗਾਂ ਦੇ ਉੱਤੇ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਜਿਹੜਾ ਵਾਇਰਸ ਹੈ, ਉਸ ਤੋਂ ਬਾਅਦ ਸੈਕਿੰਡ ਵੇਵ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਹਿ ਰਹੇ ਸੀ ਕਿ ਯੰਗਸਟਰ ਹੈ ਜਿਹੜੇ ਉਹਨਾਂ ਨੂੰ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਇਸ ਵਾਇਰਸ ਕਾਰਨ। ਹੁਣ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ਤੀਸਰੀ ਵੇਵ ਆਉਣ ਵਾਲੀ ਹੈ ਉਹਦੇ ਵਿੱਚ ਬੱਚੇ ਆ ਜਿਹੜੇ ਉਹਨਾਂ ਦੇ ਉੱਤੇ ਇਹ ਅਟੈਕ ਕਰੇਗੀ, ਬੱਚੇ ਇਹਦੇ ਜਿਹੜੇ ਹੋ ਜਾਣਗੇ ਪੋਜ਼ਿਟਿਵ ਹੋ ਸਕਦੇ ਨੇ। ਕੀ ਕਰਨਾ ਚਾਹੀਦਾ ਮਾਪਿਆਂ ਨੂੰ, ਕਿਉਂਕਿ ਵੈਕਸੀਨੇਟ ਤਾਂ ਹਜੇ ਹੋਏ ਨਹੀਂ, 18 ਤੋਂ ਘੱਟ ਉਮਰ ਦੇ ਬੱਚੇ ਹਜੇ ਵੈਕਸੀਨੇਟ ਕੋਈ ਨਹੀਂ ਹੋਇਆ। ਮਾਪਿਆਂ ਨੂੰ ਘਰ ਦੇ ਵਿੱਚ ਕਿਹੜੀਆਂ ਬੱਚਿਆਂ ਨੂੰ ਖੁਰਾਕਾਂ ਦੇਣੀਆਂ ਚਾਹੀਦੀਆਂ ਅਤੇ ਕਿਹੜੀ ਗੱਲਾਂ ਧਿਆਨ ਰੱਖਣ ਦੀ ਲੋੜ ਹੈ? ਜਿਸ ਤਰ੍ਹਾਂ ਕਿ ਇੱਕ ਜਿਹੜੀ ਗੱਲ ਹੈਗੀ ਹੈ ਉੱਠ ਰਹੀ ਹੈ ਕਿ ਬਈ ਯੰਗਰ ਜਨਰੇਸ਼ਨ ਨੂੰ ਜਿਹੜੀ ਹੈ ਬੱਚਿਆਂ ਨੂੰ, ਅਸੀਂ ਵੈਸੇ ਸੈਕਿੰਡ ਵੇਵ 'ਚ ਵੀ ਦੇਖਿਆ ਕਿ ਕੰਪੈਰੇਟਿਵਲੀ ਜਿਹੜੇ ਅਸੀਂ ਫਸਟ ਵੇਵ ਦੇ ਵਿੱਚ ਬੱਚੇ ਬਹੁਤ ਘੱਟ ਜਿਹਨੂੰ ਫੀਵਰ ਹੁੰਦਾ ਸੀ ਜਾਂ ਪੋਜ਼ਿਟਿਵ ਹੁੰਦੇ ਸੀ, ਸੈਕਿੰਡ ਵੇਵ 'ਚ ਕੰਪੈਰੇਟਿਵਲੀ ਜ਼ਿਆਦਾ ਹੋਏ ਨੇ। ਔਰ ਥਰਡ ਵੇਵ ਦੇ ਵਿੱਚ ਸਾਇੰਟੀਫਿਕਲੀ ਸਪੀਕਿੰਗ ਅਸੀਂ ਕੁਝ ਕਹਿ ਨਹੀਂ ਸਕਦੇ, ਲੇਕਿਨ ਕਿਉਂਕਿ ਬੱਚਿਆਂ ਦੀ ਵੈਕਸੀਨ ਹਾਲੇ ਤਿਆਰ ਨਹੀਂ ਹੋਈ, ਬਿਲੋ 12 ਈਅਰਸ ਤੇ ਕਿਧਰੇ ਵੀ ਨਹੀਂ ਆਲ ਓਵਰ ਵਰਲਡ ਕਿਧਰੇ ਵੀ ਨਹੀਂ ਹਾਲੇ ਲਗਾਈ, ਜਿਹੜੀ ਅਬਵ 12 ਈਅਰਸ ਐਂਡ 15 ਈਅਰਸ ਦੇ ਵਿੱਚ ਕੁਝ ਕੰਟਰੀਜ਼ ਨੇ ਸ਼ੁਰੂ ਕਰ ਦਿੱਤੀ ਹੈ। ਔਰ ਸਾਡੀ ਜਿਹੜੀ ਹੈਗੀ ਹਾਲੇ ਅਸੀਂ ਹਾਲੇ ਤੱਕ 18 ਸਾਲ 'ਤੇ, ਕਿਉਂਕਿ ਬੱਚੇ ਜਿਹੜੇ ਉਹ ਵੈਕਸੀਨੇਟਿਡ ਨਹੀਂ ਹੋਣਗੇ, ਸੋ ਉਹਨਾਂ ਦੇ ਵਿੱਚ ਕੰਪੈਰੇਟਿਵਲੀ ਚਾਂਸਿਸ ਜ਼ਿਆਦਾ ਹੋ ਸਕਦੇ ਹੈ ਇਸ ਅਗਲੀ ਵੇਵ ਦੇ ਵਿੱਚ ਇਨਵੋਲਵ ਹੋਣ ਦੇ। ਲੇਕਿਨ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਬਈ ਜਿਸ ਤਰ੍ਹਾਂ ਜਿਹੜੇ ਪਹਿਲੇ ਗੱਲ ਤੇ 3 ਜਿਹੜੇ ਹੈਗੇ ਆ, ਜੇ ਬੱਚਾ ਮਾਸਕ ਪਾ ਸਕਦਾ ਹੈਗਾ, ਮੈਂ ਦੇਖਿਆ ਬੜੇ ਅੱਛੇ ਬੱਚੇ 3-3 4-4 ਸਾਲ ਦੇ ਬੱਚਿਆਂ ਨੇ ਮਾਸਕ ਪਾਏ ਹੁੰਦੇ ਜਿਹੜੇ ਸਾਡੇ ਕੋਲ ਆਉਂਦੇ ਆ।
ਔਰ ਮਾਸਕ, ਸੋਸ਼ਲ ਡਿਸਟੈਂਸਿੰਗ ਔਰ ਜਿਹੜੀ ਹੈਂਡ ਵਾਸ਼ਿੰਗ ਹੈ ਹਮੇਸ਼ਾ ਕਰੋ, ਪਹਿਲੀ ਗੱਲ। ਸੈਕੰਡਲੀ ਡੈਫੀਨੇਟਲੀ ਜਿਹੜਾ ਹੈਗਾ ਹੈਲਦੀ ਜਿਹੜੀਆਂ ਉਹ ਆਪਣਾ ਰੂਟੀਨ ਰੱਖਣਾ ਚਾਹੀਦਾ ਹੈਗਾ। ਅੱਛੀ ਨਰਿਸ਼ਿੰਗ ਡਾਈਟ ਲੈਣੀ ਚਾਹੀਦੀ ਹੈ, ਹਾਈ ਪ੍ਰੋਟੀਨ ਜਾਂ ਜਿਹੜੇ ਬਾਕੀ ਇਮਿਊਨਿਟੀ ਬੂਸਟਰਸ ਜਿਵੇਂ ਫਰੂਟਸ ਵਗੈਰਾ ਸਾਰੇ ਲੈਣੇ ਚਾਹੀਦੇ ਆ। ਔਰ ਇਸ ਤੋਂ ਇਲਾਵਾ ਜਿਹੜੇ ਪਬਲਿਕ ਦੇ ਵਿੱਚ ਲੋਕਾਂ ਨੂੰ ਜਿਹੜਾ ਬੱਚਿਆਂ ਨੂੰ ਖਾਸ ਤੌਰ 'ਤੇ ਪਬਲਿਕ ਦੇ ਵਿੱਚ ਅਗਰ ਜਾਣਾ ਹੈ ਤਾਂ ਸੋਸ਼ਲ ਡਿਸਟੈਂਸਿੰਗ ਐਂਡ ਮਾਸਕਿੰਗ ਦਾ ਜ਼ਰੂਰ ਖਿਆਲ ਰੱਖਣਾ ਹੈ। ਦਿਸ ਇਜ਼ ਵੈਰੀ ਵੈਰੀ ਅਰਜੈਂਟ। ਇੱਕ ਹੋਰ ਅਖੀਰਲਾ ਸਵਾਲ ਹੈ, ਜਿਵੇਂ ਵੇਵ ਦੀ ਗੱਲ ਕਰੀਏ, ਪਹਿਲੀ ਵੇਵ ਆਈ ਹੈ, ਕਿਸੇ ਨੂੰ ਪਤਾ ਨਹੀਂ ਸੀ ਕਿ ਦੂਸਰੀ ਵੇਵ ਵੀ ਆਏਗੀ, ਹੁਣ ਤੀਸਰੀ ਵੇਵ ਦੀ ਗੱਲ ਹੋ ਰਹੀ ਹੈ। ਇਹ ਕਿੱਥੋਂ ਤੱਕ ਚੱਲੇਗਾ ਜਾਂ ਕਿਉਂਕਿ ਹੋਰ ਕਈ ਇਹੋ ਜਿਹੀ ਬਿਮਾਰੀਆਂ ਆਈ ਸੀ, ਚਾਹੇ ਸਵਾਈਨ ਫਲੂ ਦੀ ਗੱਲ ਕਰੀਏ ਜਾਂ ਹੋਰ, ਉਹ ਸਾਰਿਆਂ ਦੇ ਤੋੜ ਅੱਜ ਹੈਗੇ ਆ। ਕੀ ਲੱਗਦਾ ਕਿ ਕਰੋਨਾ ਦੇ ਉੱਤੇ ਵੀ ਜਿਹੜੀ ਜਿੱਤ ਹਾਸਿਲ ਹੋ ਸਕਦੀ ਹੈ? ਮੈਂ ਸ਼ਲਾਘਾ ਕਰਨਾ ਚਾਹਾਂਗਾ, ਪ੍ਰੇਜ਼ ਕਰਨਾ ਚਾਹਾਂਗਾ ਅੱਜ ਦੀ ਸਾਇੰਸ ਦੀ, ਕਿ ਜਿਹੜੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਇਤਨੀ ਜਲਦੀ, ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਤੇ ਵੀ ਵਰ ਨੈਵਰ ਪੋਜ਼ਿਟਿਵ ਕਿ ਇਤਨੀ ਜਲਦੀ ਵੈਕਸੀਨ ਆ ਜਾਏਗੀ। ਔਰ ਬੜੀ ਜਲਦੀ ਵੈਕਸੀਨ ਸਾਡੇ ਸਾਇੰਟਿਸਟ ਨੇ ਕੱਢੀ ਔਰ ਜਿਹੜੀਆਂ ਨਵੀਆਂ ਟੈਕਨੀਕਸ ਹੈਗੀਆਂ ਔਰ ਕਾਫੀ ਜ਼ਿਆਦਾ ਐਫੀਕੇਸੀ ਵੀ ਹੋ ਰਹੀ ਹੈ। ਤੁਹਾਨੂੰ ਪਤਾ ਹੀ ਹੈ ਕਈ ਕੰਟਰੀਜ਼ ਦੇ ਵਿੱਚ ਤੇ ਉਹਨਾਂ ਨੇ ਜਿਹੜੇ ਫੁੱਲੀ ਵੈਕਸੀਨੇਟਿਡ ਆ ਉਹਨਾਂ ਨੇ ਮਾਸਕ ਵੀ ਬੰਦ ਕਰ ਦਿੱਤੇ ਹੈਗੇ ਕਿ ਤੁਹਾਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਔਰ ਇਸੇ ਤਰੀਕੇ ਨਾਲ ਇਸ ਤੋਂ ਇਲਾਵਾ ਬੜੀ ਹੀ ਛੇਤੀ ਨਾਲ ਜਿਵੇਂ ਸਾਡੀ ਐਂਟੀਬਾਇਓਟਿਕ ਆਪਣੀਆਂ ਐਂਟੀਬਾਡੀ ਕਾਕਟੇਲਸ ਵਗੈਰਾ ਆ ਰਹੀਆਂ, ਬੜੀਆਂ ਮੈਡੀਸਿਨਸ ਜਿਹੜੀਆਂ ਬਹੁਤ ਜ਼ਿਆਦਾ ਰਿਸਰਚ ਹੋ ਰਹੀ ਹੈ। ਐਂਡ ਆਈ ਹੋਪ ਕਿ ਬੜੀ ਜਲਦੀ ਅਸੀਂ ਇਸ ਵਾਇਰਸ ਦਾ ਜਿਹੜਾ ਤੋੜ ਅਸੀਂ ਲੱਭ ਲਾਂਗੇ। ਜਦੋਂ ਤੱਕ ਇਹ ਸਾਰਾ ਕੁਝ ਚੱਲ ਰਿਹਾ, ਸਾਰੀਆਂ ਰਿਸਰਚਿਸ, ਸਾਰਾ ਵਰਲਡ ਲੱਗੇ ਦਾ ਹੈ ਰਿਸਰਚ ਕਰਨ ਲਈ। ਇੰਡੀਆ ਵੀ ਬਹੁਤ ਜ਼ਿਆਦਾ ਇਸ ਮਾਮਲੇ 'ਚ ਬਹੁਤ ਅੱਗੇ ਹੈਗਾ। ਵੈਕਸੀਨ ਇੰਡੀਆ ਦੀ ਜਿਹੜਾ ਇਮਿਊਨਾਈਜੇਸ਼ਨ ਸਟੈਂਡਰਡਸ ਹੈਗੇ ਬਹੁਤ ਹਾਈ ਹੈਗੇ। ਔਰ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਕਿ ਜਦੋਂ ਤੱਕ ਸਾਡੇ ਕੋਲ ਇਹਦਾ ਵਾਇਰਸ ਦਾ ਤੋੜ ਨਹੀਂ ਆਉਂਦਾ ਅਤੇ ਸਾਨੂੰ ਜਿਹੜਾ ਪੂਰੀ ਇਹਤਿਆਤ ਜ਼ਰੂਰ ਵਰਤੋ, ਆਪਣੀ ਸੋਸ਼ਲ ਰਿਸਪੋਂਸੀਬਿਲਿਟੀ ਨੂੰ ਜ਼ਰੂਰ ਸਮਝੋ। ਔਰ ਮੇਰੀ ਇੱਕ ਹੋਰ ਰਿਕੁਐਸਟ ਹੈ ਕਿ ਵੇਵਸ ਕਿੰਨੀਆਂ ਆਉਂਦੀਆਂ ਇਹਦੇ ਬਾਰੇ 'ਚ ਹਾਲੇ ਇਤਨਾ ਕਲੀਅਰਲੀ ਕਿਹਾ ਨਹੀਂ ਜਾ ਸਕਦਾ। ਵੀ ਐਕਸਪੈਕਟ ਅ ਥਰਡ ਵੇਵ ਇਨ ਅਨਦਰ 3, 4 ਔਰ 5, 6 ਮੰਥਸ। ਲੇਕਿਨ ਅਗਰ ਅਸੀਂ ਪੂਰੀ ਇਹਤਿਆਤ ਵਰਤਾਂਗੇ, ਖਿਆਲ ਰੱਖਾਂਗੇ, ਔਰ ਮੈਨੂੰ ਆਈ ਐਮ ਸ਼ੋਰ ਕਿ ਅਸੀਂ ਇਹਨੂੰ ਡਿਲੇ ਵੀ ਕਰ ਸਕਦੇ ਹਾਂ, ਮਾਈਲਡ ਵੀ ਕਰ ਸਕਦੇ ਹਾਂ ਔਰ ਇਹਨੂੰ ਅਵੋਇਡ ਵੀ ਕਰ ਸਕਦੇ ਹਾਂ। ਅਤੇ ਇਹ ਸਨ ਸਾਡੇ ਨਾਲ ਡਾਕਟਰ ਭੁਪਿੰਦਰ ਸਿੰਘ, ਜਿਨ੍ਹਾਂ ਨੇ ਕੋਵਿਡ ਸੰਬੰਧੀ ਕਈ ਅਹਿਮ ਜਾਣਕਾਰੀਆਂ ਦਿੱਤੀਆਂ। ਇਸ ਦੇ ਨਾਲ ਨਾਲ ਇਹਨਾਂ ਨੇ ਕਿਹਾ ਕਿ ਜਿਹੜੀ ਤੀਸਰੀ ਵੇਵ ਜਿਹੜਾ ਕਿਹਾ ਜਾ ਰਿਹਾ ਕਿ ਬੱਚਿਆਂ ਦੇ ਉੱਤੇ ਕਾਫੀ ਪ੍ਰਭਾਵਿਤ ਹੋਵੇਗਾ, ਉਸ ਦੇ ਵਜੋਂ ਵੀ ਇਹਨਾਂ ਨੇ ਇੱਕ ਚੰਗੀਆਂ ਸੁਨੇਹਾ ਦਿੱਤਾ ਮਾਪਿਆਂ ਨੂੰ, ਕਿਹਾ ਕਿ ਕਿਵੇਂ ਬੱਚਿਆਂ ਨੂੰ ਅਸੀਂ ਇਸ ਜਿਹੜੇ ਭਿਅੰਕਰ ਵਾਇਰਸ ਹੈ ਇਸ ਤੋਂ ਬਚਾ ਸਕਦੇ ਹਾਂ। ਇਸ ਦੇ ਨਾਲ ਨਾਲ ਅਸੀਂ ਕਈ ਹੋਰ ਜਾਣਕਾਰੀਆਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੱਸਦੇ ਰਹਾਂਗੇ। ਅਤੇ ਤਦ ਤੱਕ ਦਿਓ ਇਜਾਜ਼ਤ। ਕੈਮਰਾ ਪਰਸਨ ਨਿਤਿਨ ਸੈਣੀ ਦੇ ਨਾਲ ਮੈਂ ਜਤਿਨ, NTV ਪਠਾਨਕੋਟ।